श्री गुरु साहिब जी। एक ओंकार सतनाम करता पुरख निर्भौ निर्वैर अकाल मूरत अजूनी सैभं गुर प्रसाद। दंडौत बंदन अनक बार सर्व कला समरथ डोलन ते राखो प्रभु नानक दे कर हथ डोलन ते राखो प्रभु नानक दे कर हथ। ज्ञान ध्यान किश कर्म न जाना सार न जाना तेरी सब ते वड्डा सतगुर नानक जिन कल राखी मेरी। ज्ञान ध्यान किश कर्म न जाना नाहिन निर्मल करणी साध संगत कै अंचल लावो बिखम नदी जाए तरणी। तुध आगे अरदास हमारी जियो पिंड सब तेरा कहो नानक सब तेरी वड्याई कोई नाओ न जाने मेरा। तीने ताप निवारण हारा दुख हंता सुख रास ताको बिघ्न न को लागै जाकी प्रभ आगे अरदास। बाणी गुरु गुरु है बाणी बिच बाणी अमृत सारे गुर बाणी कहे सेवक जन मानै पर तख गुरु निस्तारे। सो कहो टल गुर सेवियै अहनिस सहज सुभाए दर्शन परसै गुरु कै जन्म मरण दुख जाए। होवै सिफत खसामदी नूर अरसो कुरसो चटिया तुद डिठे सच्चे पातशाह मल जन्म जन्म दी कटिया। सज्जन सचा पातशाह सिर साहांदै साहो जिस पास बैठिया सोहिया सबना दा बेसाहो।
जिस पास बैठिया सोहीਐ सबना दा बेसाहो। सतनाम। श्री वाहिगुरु साहिब जी। तुखारी महला चौथा। हर हर अगम अगाध अपरंपर अपर परा। जो तुम त्यावह जगदीश ते जन भौ बिखम तरा। हर हर अगम अगाध अपरंपर अपर परा। जो तुम त्यावह जगदीश ते जन भौ बिखम तरा। बिखम भौ तिन तरिया सुहेला जिन हर हर नाम त्याया। गुरवाक सतगुर जो पाए चले तिन हर हर आप मिलाया। ज्योति जोत मिल जोत समाणी हर कृपा कर धरणी धरा। हर हर अगम अगाध अपरंपर अपर परा। ज्योति जोत मिल जोत समाणी हर कृपा कर धरणी धरा। हर हर अगम अगाध अपरंपर अपर परा। वाहिगुरु जी का खालसा वाहिगुरु जी की फतेह। परम सन्मानयोग जुगो जुग अटल चबर छतर तख दे मालक बाणी के बोहित जाहरा जहूर हाजरा हजूर सर्व कला समरथ धन धन साहिब श्री गुरु ग्रंथ साहिब सच्चे सतगुरु जी दी पावन पवित्र निघी गोद अंदर जुड़ बैठे गुरु रूप गुरु सवारे सत संगी जनो। आप जी बड़ भागे हो जो दशमेश पिता गुरु कलगीधर सतगुरु अमृत के दाते सर्वांस दानी सहबे कमाल धन धन साहिब श्री गुरु गोबिंद सिंह महाराज जी दी चरण छो धरती महान पवित्र अस्थान गुरुद्वारा मंजी साहिब आलमगीर विखे अमृत वेले तो हाजरियां भर के सत संगत करके सतगुरु महाराज जी दियां खुशियां प्राप्त कर रहे हो। पातशाह जी दे पावन दरबार दे विच अमृत वेले तो सजे हुए दीवाना विच आप जी ने हुणे ही सत्कार जो गुरु घर दे कीर्तनियां पासों
ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਤੁਖਾਰੀ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਜੋ ਪਾਵਨ ਸ਼ਬਦ ਦਾ ਪਹਿਲਾ ਬੰਦ ਆਪ ਜੀ ਨੇ ਸ਼ਰਵਣ ਕੀਤਾ ਹੈ, ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸ਼ਰਵਣ ਕਰਨੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੁਖਾਰੀ ਮਹੱਲਾ ਚੌਥਾ। ਹਰ ਹਰ ਅਗਮ ਅਗਾਧ ਅਪਰੰਪਰ ਅਪਰਪਰਾ। ਤੁਖਾਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਸ਼ਬਦ ਦੀ ਆਰੰਭਤਾ 1114 ਅੰਕ ਤੋਂ ਆਰੰਭ ਹੁੰਦਾ ਹੈ ਤੇ 1115 ਤੇ ਜਾ ਕੇ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ। ਤੁਖਾਰੀ ਰਾਗ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਇਹ ਦੂਸਰਾ ਸ਼ਬਦ ਹੈ ਤੇ ਸਤਿਗੁਰੂ ਜੀ ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਪਹਿਲੇ ਬੰਦ ਦੇ ਵਿੱਚ ਸਾਨੂੰ ਉਸ ਮਾਲਕ ਪ੍ਰਭੂ ਦੇ ਚਰਨਾਂ 'ਚ ਅਰਦਾਸ ਕਰਨ ਦਾ ਤਰੀਕਾ ਦੱਸਦੇ ਨੇ, ਬੇਨਤੀ ਕਰਨ ਦਾ, ਕਿ ਕਿਵੇਂ ਉਸ ਪ੍ਰਭੂ ਦੀ ਵਾਹਿਗੁਰੂ ਦੀ ਵਡਿਆਈ ਸੋਭਾ ਕਰਨੀ ਹੈ ਤੇ ਵਾਹਿਗੁਰੂ ਨੇ ਫਿਰ ਤੇਰੀ ਬੇਨਤੀ ਨੂੰ ਸ਼ਰਵਣ ਕਰਕੇ ਤੇਰੇ ਉੱਤੇ ਕਿਵੇਂ ਪ੍ਰਸੰਨ ਚਿੱਤ ਹੋਣਾ ਹੈ। ਇਹ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਆਰੰਭਤਾ ਵਿੱਚ ਬਚਨ ਕਰਦੇ ਹਨ ਕਿ ਹਰ ਹਰ ਅਗਮ ਅਗਾਧ ਅਪਰੰਪਰ ਅਪਰਪਰਾ। ਇਸ ਪਾਵਨ ਪੰਕਤੀ ਦੇ ਵਿੱਚ ਜੋ ਉਹਦੇ ਪਿਆਰੇ ਗੁਰਮੁਖ ਜਨ ਵੱਖਰਾ ਵੱਖਰਾ ਨਾਮ ਲੈ ਕੇ ਪਰਮਾਤਮਾ ਨੂੰ ਸੰਬੋਧਨ ਕਰਦੇ ਹਨ, ਉਹਨਾਂ ਨਾਮਾਂ ਦਾ ਸਤਿਗੁਰੂ ਜੀ ਨੇ ਵਰਣਨ ਕੀਤਾ ਹੈ। ਪਹਿਲੀ ਪੰਕਤੀ 'ਚ ਪਾਤਸ਼ਾਹ ਕਹਿੰਦੇ ਨੇ ਕਿ ਹਰ ਹਰ ਅਗਮ ਅਗਾਧ, ਕਿ ਹੇ ਹਰੀ ਆਪ ਜੀ ਹਰੇ ਭਰੇ ਕਰਨ ਵਾਲੇ ਹੋ। ਹੇ ਹਰੀ ਆਪ ਜੀ ਦੁੱਖਾਂ ਨੂੰ ਹਰਨ ਵਾਲੇ ਹੋ। ਤੇ ਅਗਲਾ ਬਚਨ ਹੈ ਅਗਮ ਅਗਾਧ। ਅਗਮ ਕਹਿੰਦੇ ਨੇ ਅਪਹੁੰਚ, ਜਿੱਥੇ ਤੱਕ ਸਾਡੇ ਪੰਜ ਗਿਆਨ ਇੰਦਰੇ ਕਰਮ ਇੰਦਰੇ ਇਹ ਪਹੁੰਚ ਨਾ ਸਕਣ, ਉਹ ਵਾਹਿਗੁਰੂ ਅਪਹੁੰਚ ਹੈ। ਅਗਾਧ ਉਹ ਬੜਾ ਡੂੰਘਾ ਹੈ, ਅਥਾਹ ਹੈ, ਉਹਦਾ ਕੋਈ ਹੱਦ ਬੰਨਾ ਨਹੀਂ ਹੈ। ਤੇ ਅਪਰੰਪਰ, ਅਪਰੰਪਰ ਕਹਿੰਦੇ ਨੇ ਪਰੇ ਤੋਂ ਪਰੇ, ਪਰੇ ਤੋਂ ਪਰੇ। ਜਿਵੇਂ ਆਪਾਂ ਪੜ੍ਹਦੇ ਹਾਂ ਪਾਤਸ਼ਾਹ ਦੇ ਬਚਨ ਕਿ ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਤਲੈ ਕਵਣ ਜੋਰ। ਹਿੰਦੂ ਮਤ ਅਨੁਸਾਰ ਇਹ ਮਨੌਤ ਹੈ ਕਿ ਧਰਤੀ ਨੂੰ ਧੌਲੇ ਬਲਦ ਨਾਲ ਚੁੱਕਿਆ ਹੋਇਆ ਆਪਣੇ ਸਿੰਘਾਂ ਦੇ ਉੱਤੇ, ਕਿ ਜਦੋਂ ਸੰਸਾਰ ਉੱਤੇ ਭੁਚਾਲ ਆਉਂਦਾ ਨਾ, ਧੌਲਾ ਬਲਦ ਇੱਕ ਸਿੰਘ ਤੋਂ ਦੂਜੇ ਸਿੰਘ ਉੱਤੇ ਧਰਤੀ ਨੂੰ ਰੱਖਦਾ ਤੇ ਭੁਚਾਲਦਾ। ਹਿੰਦੂ ਮਤ ਅਨੁਸਾਰ। ਪਰ ਗੁਰਬਾਣੀ ਕਹਿੰਦੀ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਖੰਡਨ ਕਰ ਦਿੱਤਾ। ਸਤਿਗੁਰੂ ਕਹਿੰਦੇ ਨਹੀਂ ਭਾਈ,
कहते धरती होर परै होर धबलै उपर केता भार। धरती होर परै होर होर तिसते भार तलै कवन जोर। कहते मन लिया जावे, कहते एक धौले बलद ने धरती नूं चुकिया होया, पर धौला बलद किहदे सहारे खलोता होया। जे आपां आखदी कि उस धौले बलद थल्ले भी धरती है, तो गुरु नानक पातशाह कहते इहदा मतलब है कि थल्ले होर एक धौला बलद होवेगा, उहनूं उहने सांभिया होवेगा। इस तरीके दे नाल सतगुरु कहते परमेश्वर ने ही ये धरती नूं संभालिया होया। परमेश्वर दे हुक्म दे विच ही ये धरती पैदा हुई, जीव जंतु पैदा होए ने, ते उहदे हुक्म दे विच ही धरती फिर गरक जाती है। इस करके जिवें धरती दा हद बन्ना नहीं, नौखंड पृथ्वी धरती मनी गई है, पर किन्नी कु डूंगी है, थले किन्ने ये तल जिहड़ा धरती दा तल आपां लभ नहीं सकदे। धरती नूं खोदण लग जी ना, मिट्टी दे ढेर लग जाणगे, वड्डे वड्डे पहाड़ बन जाणगे, पर धरती दी तल तक आपां हद तक पहुँच नहीं सकांगे। परमेश्वर दी बनाई हुई जिहड़ी धरती है, जदों उहदे हद बन्ने तक आपां पहुँच नहीं सकते हाँ, ते बाकियां तक पहुँच परमेश्वर तक आपां किवें पहुँच जावांगे। इस करके वो अथाह है, वो अपरंपर परे तो परे है। ते पातशाह कहते ने अपर परा, अपर परा तो बेअंत, जिहदे पारले किनारे दा सानूं पता ही नहीं है, उहदा पारला किनारा कित्थे है। एडा वड्डा वो मालक है। फिर सतगुरु जी उस्तत विच करदे ने, बचन करदे हन, कहते जो तुम ध्याव है जगदीश, ते जन भो बिखम तरा। हे परमेश्वर, हे हरि, हे अगम अगाध, हे अपहुँच हरि, अपरंपर हरि, हे परे तो परे हरि, जो तुम ध्याव है, जिहड़े तैनूं ध्यान, क्योंकि जगत दा ईश, तू जगत दा मालक है, ईश्वर है। जिहड़े तैनूं ध्याउंदे हन उन्हां दी अवस्था कैसी बन जाती है। ते जन भौ बिखम तरा। पहला भी दास ने कई बारी बेनती की है कि दो शब्द गुरु ग्रंथ साहिब महाराज विच आउंदे ने, एक हुंदा भौ, एक हुंदा भाव। भब्बा भब्बे नूं कन्ना ते ऊड़े नूं औंकड़, ये है भाव। ਇਹਦੇ अर्थ ਬਣਨੇ ने प्रेम। जिथे भब्बे नूं कन्ना आ गया, ऊड़े नूं औंकड़ा आ गया, तो उत्थे अर्थ बनेगा प्यार। पर जिथे भब्बा मुक्ता ते ऊड़े नूं औंकड़ है, उत्थे इहदा अर्थ बनना है डर। ते इत्थे सतगुरु जी ने भै, डर भै, ते सतगुरु जी ने इत्थे यही दसिया भब्बा मुक्ता है, तेजन भो बिखम तरा। ते सतगुरु कहंदे जिहड़ा ये संसार समुंदर भैदायक है, जो तरना बड़ा औखा है, कहंदे जिहड़े पर तैनूं परमात्मा ध्याउंदे ने ना, तेरा नाम जपदे हन, ते फिर उन्हां उत्ते आप जी दी बड़ी बख्शिश हुंदी है। वो संसार समुद्र जिहड़ा भैदायक है, वो संसार समुंदर तो तर जाते हैं। इसे करके ही भगत नामदेव साहिबान जी दे आपां बचन पढ़ते हैं ना, भगत नामदेव साहिबान जी फरमान करते हैं, कहते ने मोको तार ले रामा तार ले, मैं अजान जन तरबे न जानो, बाप बीठला बाह दे। नर ते सुरग होए, कहते ये परमेश्वर मेरे उत्ते ये बख्शिश कर। बीठल कहते परमेश्वर,
ਕਹਿੰਦੇ हे ਪਰਮੇਸ਼ਰ ਮੇਰੇ ਉੱਤੇ ਇਹ ਬਖਸ਼ਿਸ਼ ਕਰ ਲਓ, ਮੈਂ ਅਣਜਾਣ ਹਾਂ, ਬੇਸਮਝ ਹਾਂ, ਮੈਨੂੰ ਤੈਰਨਾ ਨਹੀਂ ਆਉਂਦਾ ਹੈ। ਸੰਸਾਰ ਸਮੁੰਦਰ ਜੋ ਵਿਸ਼ੇ ਵਿਕਾਰ ਨਾਲ ਭਰਿਆ ਹੋਇਆ ਹੈ, ਇਸ ਸੰਸਾਰ ਸਮੁੰਦਰ ਵਿੱਚ ਮੈਂ ਗੋਤੇ ਖਾ ਰਿਹਾ ਹਾਂ, ਡੁੱਬ ਰਿਹਾ ਹਾਂ। ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨਾ ਜਾਨੋ। ਬਾਪ ਬੀਠਲਾ ਬਾਹ ਦੇ, ਨਰ ਤੇ ਸੁਰ ਹੋਏ ਜਾਤ ਨਿਮਕ ਮੈਂ। ਸਤਿਗੁਰ ਬੁੱਧ ਸਿਖਲਾਈ, ਕਹਿੰਦੇ ਨੇ ਪਰ ਮੇਰੇ ਸਤਿਗੁਰੂ ਜੀ ਨੇ ਮੇਰੇ ਉੱਤੇ ਇਹ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਉਹ ਮੈਨੂੰ ਅਕਲ ਬਖਸ਼ਣਾ ਕੀਤੀ, ਜਿਹਦੇ ਰਾਹੀਂ ਮੈਂ ਮਨੁੱਖਾਂ ਤੋਂ ਦੇਵੀ ਗੁਣ ਮੇਰੇ ਹਿਰਦੇ ਅੰਦਰ ਪੈਦਾ ਹੋਏ ਤੇ ਸੁਰਗ ਨੂੰ ਜਿੱਤਣ ਵਾਲੀ ਮੈਨੂੰ ਤਾਕਤ ਮੈਨੂੰ ਪ੍ਰਾਪਤ ਹੋ ਗਈ। ਨਰਤ ਕਹਿੰਦੇ ਇਸ ਤਰ੍ਹਾਂ ਉਹ ਔਖਦ ਮੈਂ ਪ੍ਰਾਪਤ ਕੀਤੀ ਹੈ। ਤੇ ਗੁਰੂ ਸਵਾਰੇ ਇਸੇ ਪ੍ਰਕਾਰ ਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਹੁਤ ਸਾਰੇ ਪ੍ਰਮਾਣ ਸਾਨੂੰ ਮਿਲਦੇ ਨੇ ਜਿਹਦੇ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਜਿਵੇਂ ਭਗਤ ਨਾਮਦੇਵ ਸਾਹਿਬਾਨ ਜੀ ਦਾ ਪਰਮੇਸ਼ਰ ਨਾਲ ਗੂੜਾ ਪਿਆਰ ਪੈ ਗਿਆ ਤੇ ਦਿਨ ਰਾਤ ਭਗਤ ਸਾਹਿਬਾਨ ਜੀ ਉਸ ਮਾਲਕ ਨੂੰ, ਪ੍ਰਭੂ ਨੂੰ ਚੇਤੇ ਕਰਦੇ ਨੇ ਤੇ ਪ੍ਰਭੂ ਨੇ ਬਾਰ-ਬਾਰ ਭਗਤ ਸਾਹਿਬਾਨ ਜੀ ਨੂੰ ਆ ਕੇ ਦਰਸ਼ਨ ਦੀਦਾਰੇ ਬਖਸ਼ਣਾ ਕੀਤੇ। ਜਦੋਂ ਵੀ ਲੋੜ ਪਈ ਸਮੇਂ ਅਨੁਸਾਰ ਪਰਮਾਤਮਾ ਨੇ ਆਪਣੇ ਪਿਆਰੇ ਭਗਤ ਦੀ ਰੱਖਿਆ ਵੀ ਕੀਤੀ ਹੈ ਤੇ ਭਗਤ ਜੀ ਨੇ ਆਪਣੀ ਸਵੈ ਜੀਵਨੀ ਵਿੱਚ, ਬਾਣੀ ਦੇ ਵਿੱਚ ਭਗਤ ਜੀ ਨੇ ਜੋ ਆਪਣੀ ਹੱਡ ਬੀਤੀ ਹੈ ਉਹ ਬਿਆਨ ਕੀਤੀ ਹੈ। ਇਹ ਭਗਤ ਜੀ ਦੇ ਬਚਨ ਨੇ ਕਿ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਆਲਾ ਬੰਤੀ ਇਹ ਭ੍ਰਮ, ਜੋ ਹੈ ਮੁਝ ਉੱਪਰ ਸਭ ਕੋਪਲਾ। ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਇਹ ਪੰਡੀਆ ਮੋਕੋ ਟੇਢ ਕਹਿਤ ਹੈ, ਤੇਰੀ ਪੈਜ ਬਿਛੋਂਡੀ ਹੋਏਲਾ। ਤੂੰ ਜੋ ਦਇਆਲ ਕਿਰਪਾਲ ਕਹੀਤ ਹੈ, ਆਤਪੁਜ ਭਿਓ ਅਪਾਰਲਾ। ਫੇਰ ਦੀਆ ਦੇਹੁਰਾ ਨਾਮੇ ਕੋ, ਪੰਡੀਅਨ ਕੋ ਪਿਛਵਾਰਲਾ। ਪਾਵਨ ਸ਼ਬਦ ਦੇ ਵਿੱਚ ਭਗਤ ਨਾਮਦੇਵ ਸਾਹਿਬਾਨ ਜੋ ਹੱਡ ਬੀਤੀ ਹੈ, ਜਿਹੜੀਆਂ ਘਟਨਾਵਾਂ ਉਹਨਾਂ ਦੇ ਵਾਪਰੀਆਂ ਨੇ ਨਾ, ਮੌਕੇ ਦੇ ਹਾਕਮਾਂ ਨੇ ਜਿਹੜੇ ਯਾਦ ਕਰਕੇ ਆਪਣੇ ਉੱਚਾ ਕਹਾਉਂਦੇ ਸਨ, ਬ੍ਰਾਹਮਣ ਇਤਿਆਦਿਕ, ਉਹਨਾਂ ਨੇ ਜੋ ਜ਼ੁਲਮ ਢਾਏ ਨੇ ਉਹ ਭਗਤ ਜੀ ਨੇ ਪਾਵਨ ਸ਼ਬਦ 'ਚ ਵਰਣਨ ਕੀਤੇ। ਭਗਤ ਜੀ ਕਹਿੰਦੇ ਨੇ ਹੇ ਮੋਕੋ ਤਾਰ ਲੈ, ਕਹਿੰਦੇ ਨੇ ਹੇ ਪ੍ਰਮਾਤਮਾ ਮੇਰੇ ਉੱਤੇ ਇਹ ਬਖਸ਼ਿਸ਼ ਕਰ, ਰਹਿਮਤ ਕਰ। ਮੇਰੀ ਹਾਲਤ ਇਹੋ ਜਿਹੀ ਹੋ ਚੁੱਕੀ ਹੈ ਕਿ ਮੈਨੂੰ ਤੂੰ ਵਿਸਾਰਨਾ ਨਾ ਕਰ, ਭੁਲਾਣਾ ਨਾ ਕਰ। ਜਿਹੜੇ ਇਹ ਮੌਕੇ ਦੇ ਆਲਾਵੰਤੀ ਇਹ ਭ੍ਰਮ, ਜੋ ਹੈ ਮੁਝ ਉੱਪਰ ਸਭ ਕੋਪਲਾ। ਜਿਹੜੇ ਮੌਕੇ ਦੇ ਹਾਕਮ ਨੇ, ਹੁਕਮਰਾਨ ਹਨ, ਮੇਰੇ ਉੱਤੇ ਬੜੇ ਗੁੱਸੇ ਹੋ ਰਹੇ ਹਨ ਤੇ ਮੈਨੂੰ ਇਹ ਤਾੜਨਾ ਕਰਦੇ ਹਨ। ਜਿੱਥੇ ਮੈਨੂੰ ਮੌਕੇ ਦੇ ਹੁਕਮਰਾਨ, ਜਿਹੜਾ ਉਸ ਸਮੇਂ ਦਾ ਬਾਦਸ਼ਾਹ ਸੀ, ਉਹ ਮੈਨੂੰ ਤਾੜਨਾ ਕਰਦਾ, ਹਾਕਮ ਤਾੜਨਾ ਕਰਦਾ ਏ, ਉੱਥੇ ਨਾਲ ਹੀ ਜਿਹੜੇ ਇਹ ਜਾਤ ਕਰਕੇ ਆਪਣੇ ਉੱਚੇ ਕਹਾਉਂਦੇ ਪੰਡਿਤ ਲੋਕ, ਬ੍ਰਾਹਮਣ ਲੋਕ, ਸ਼ੂਦਰ ਹੋਣ ਕਰਕੇ ਮੈਨੂੰ ਇਹ ਸ਼ੂਦਰ ਸ਼ੂਦਰ ਆਖਦੇ ਨੇ। ਮੈਨੂੰ ਇਹ ਇਸ ਤਰ੍ਹਾਂ ਦੇ ਬੋਲ ਬੋਲਦੇ ਜਿਹੜੇ ਮੇਰੀ ਸ਼ਾਨ ਦੇ ਖਿਲਾਫ ਹਨ। ਆਲਾ ਬੰਤੀ ਇਹ ਭ੍ਰਮ, ਜੋ ਹੈ ਮੁਝ ਉੱਪਰ ਸਭ ਕੋਪਲਾ। ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ। ਭਗਤ ਨਾਮਦੇਵ ਜੀ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ, ਕਹਿੰਦੇ ਹੇ ਪਰਮੇਸ਼ਰ, ਤੇਰੇ ਦਿਉਰੇ ਦੇ ਵਿੱਚ ਤੇਰੀ ਆਰਤੀ ਹੋ ਰਹੀ ਸੀ। ਜਦੋਂ ਆਰਤੀ ਹੋ ਰਹੀ ਸੀ ਤੇ ਮੇਰੇ ਮਨ 'ਚ ਚਾਅ ਪੈਦਾ ਕਿ ਚਲੋ ਮੈਂ ਵੀ ਆਰਤੀ ਸ਼ਾਮਲ ਹੋਵਾਂ, ਮੈਂ ਵੀ ਪਰਮਾਤਮਾ ਦੀ ਆਰਤੀ ਕਰਾਂ। ਕਹਿੰਦੇ ਪਰ ਜਦੋਂ ਮੈਂ ਆਰਤੀ ਕਰਨ ਵਾਸਤੇ ਦਿਉਰੇ ਵਿੱਚ ਗਿਆ
ਮੰਦਰ ਦਾ ਜਾ ਕੇ ਟੱਲ ਖੜਕਾਇਆ ਤੇ ਇਹਨਾਂ ਪਾਂਡਿਆਂ ਨੇ ਮੇਰੇ ਵੱਲ ਦੇਖਿਆ ਕਿ ਸ਼ੂਦਰ ਨਾਮਦੇਵ ਆ ਗਿਆ, ਸ਼ੀਂਬਾ ਨਾਮਦੇਵ ਆ ਗਿਆ। ਤੇ ਭਗਤ ਜੀ ਕਹਿੰਦੇ ਉਦੋਂ ਇਹਨਾਂ ਨੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਧੱਕੇ ਮਾਰ ਕੇ ਬਾਹਰ ਕੱਢਿਆ ਤੇ ਮੇਰੇ ਮਨ ਨੂੰ ਬੜਾ ਦੁੱਖ ਲੱਗਿਆ ਕਿ ਮਨਾ ਇਹ ਵੀ ਮਨੁੱਖ ਨੇ ਤੇ ਮੈਂ ਵੀ ਮਨੁੱਖ ਹਾਂ। ਜੇ ਇਹ ਆਰਤੀ ਕਰ ਸਕਦੇ ਮੈਂ ਕਿਉਂ ਨਹੀਂ ਕਰ ਸਕਦਾ ਹਾਂ। ਮੈਨੂੰ ਦੁੱਖ ਲੱਗਿਆ ਤੇ ਹੋਇਆ ਕੀ ਫਿਰ। ਇਸ ਕਰਕੇ ਕਹਿੰਦੇ ਪਰਮੇਸ਼ਰ ਦੇ ਚਰਨਾਂ 'ਚ ਬੇਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ। ਅੱਗੋਂ ਨਾਮਦੇਵ ਸਾਹਿਬਾਂ ਨੂੰ ਆਕਾਸ਼ ਬਾਣੀ ਹੋਈ। ਨਾਮਦੇਵ ਨੂੰ ਪਰਮੇਸ਼ਰ ਕਹਿਣ ਲੱਗਾ ਕੋਈ ਗੱਲ ਨਹੀਂ ਨਾਮਦੇਵ, ਤੈਨੂੰ ਇਹਨਾਂ ਨੇ ਆਰਤੀ ਨਹੀਂ ਕਰਨ ਦੇਹਰੇ ਦੇ ਅੰਦਰ ਤੈਨੂੰ ਵੜ ਨਹੀਂ ਦਿੱਤਾ, ਕੋਈ ਗੱਲ ਨਹੀਂ, ਮੈਂ ਤੈਨੂੰ ਮੁਕਤੀ ਦੇ ਦਿਆਂਗਾ, ਤੂੰ ਮੁਕਤ ਹੋ ਜਾਵੇਗਾ। ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਕਿ ਪਰਮੇਸ਼ਰ ਤੁਸਾਂ ਨੇ ਮੈਨੂੰ ਮੁਕਤੀ ਦੇ ਦੇਣੀ, ਮੈਂ ਮੁਕਤ ਹੋ ਜਾਵਾਂਗਾ, ਪਰ ਦੁਨੀਆ ਦੇ ਲੋਕਾਂ ਨੂੰ ਕੀ ਪਤਾ ਲੱਗੇਗਾ ਮੈਂ ਤੁਹਾਡਾ ਭਗਤ ਹਾਂ, ਤੁਹਾਡੀ ਪ੍ਰੇਮਾ ਭਗਤੀ ਕਰਦਾ ਹਾਂ, ਤੇ ਮੈਨੂੰ ਇਹਨਾਂ ਪਾਂਡਿਆਂ ਨੇ ਧੱਕੇ ਮਾਰ ਕੇ ਬਾਹਰ ਕੱਢਿਆ ਏ। ਮਰਨ ਤੋਂ ਬਾਅਦ ਮੈਂ ਮੁਕਤ ਹੋਵਾਂਗਾ, ਉਸ ਮੁਕਤੀ ਨੂੰ ਕੌਣ ਜਾਣੇਗਾ? ਉਹ ਤਾਂ ਕੇਵਲ ਮੈਂ ਹੀ ਜਾਣਦਾ ਹੋਵਾਂਗਾ ਤੇ ਤੁਸੀਂ ਜਾਣਦੇ ਹੋਣਗੇ। ਇਸ ਕਰਕੇ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ, ਇਹ ਪੰਡੀਆ ਮੋਕੋ ਟੇਢ ਕਹਿਤ ਹੈ, ਤੇਰੀ ਪੈਜ ਪਛੋਂਡੀ ਹੋਏ ਲਾ। ਪਰਮੇਸ਼ਰ ਇਹ ਪੰਡਤ ਲੋਕ ਮੈਨੂੰ ਸ਼ੂਦਰ ਆਖਦੇ ਨੇ, ਮੇਰੀ ਬਾਰ-ਬਾਰ ਇਹ ਮੇਰੀ ਬੇਇੱਜ਼ਤੀ ਕਰਦੇ ਹਨ। ਇਹਦੇ 'ਚ ਮੇਰਾ ਕੁਝ ਨਹੀਂ ਜਾਂਦਾ, ਇਹਦੇ 'ਚ ਤੈਨੂੰ ਹੀ ਲਾਜ ਲੱਗਦੀ ਹੈ। ਤੇ ਦੁਨੀਆ ਦੇ ਲੋਕ ਕਹਿੰਦੇ ਦੇਖੋ ਉਹ ਪਰਮੇਸ਼ਰ ਦਾ ਭਗਤ ਭਜਨ ਬੰਦਗੀ ਕਰਨ ਵਾਲਾ, ਤੇ ਉਹਦੀ ਕੋਈ ਬਾਤ ਨਹੀਂ ਪੁੱਛਦਾ, ਉਹਨੂੰ ਕਿਤੇ ਵੀ ਢੋਈ ਨਹੀਂ ਮਿਲ ਰਹੀ ਹੈ। ਫਿਰ ਅਖੀਰ ਤੇ ਵਚਨ ਕੀਤੇ, ਕਹਿਣ ਲੱਗੇ ਤੂੰ ਜੋ ਦਿਆਲ ਕਿਰਪਾਲ ਕਹੀਤ ਹੈ, ਆਤਪੁਜ ਭਿਓ ਅਪਾਰਲਾ, ਫੇਰ ਦੀਆ ਦਿਓਹਰਾ ਨਾਮੇ ਕੋ, ਪੰਡੀਅਨ ਕੋ ਪਿਛਵਾਰਲਾ। ਕਹਿੰਦੇ ਹੇ ਪਰਮੇਸ਼ਰ ਮੈਨੂੰ ਮੁਕਤੀ ਨਹੀਂ ਚਾਹੀਦੀ, ਮੈਂ ਤਾਂ ਦਿਉਰੇ ਦੇ ਪਿਛਲੇ ਪਾਸੇ ਬੈਠ ਕੇ ਮੈਂ ਬੰਦਗੀ ਕਰਨ ਲੱਗਿਆ ਹਾਂ, ਹੁਣ ਤੇਰੀ ਤੈਂ ਕਿਰਪਾ ਕਰਨੀ ਹੈ, ਮੈਨੂੰ ਸਖਿਆਤ ਦੀ ਦਾ ਦਰਸ਼ਨ ਦੀਦਾਰ ਦੇਣਾ ਕਰ। ਤੇ ਗੁਰਬਾਣੀ ਵਿੱਚ ਵੀ ਭਗਤ ਜੀ ਨੇ ਇਹ ਬਚਨ ਕੀਤੇ ਨੇ, ਤੇ ਗੁਰੂ ਸਵਾਰੇ ਇਹ ਹੱਡ ਬੀਤੀ ਜੋ ਘਟਨਾ ਭਗਤ ਜੀ ਨਾਲ ਵਾਪਰੀ ਉਹਨੂੰ ਬਿਆਨ ਕੀਤਾ ਹੈ। ਕਹਿੰਦੇ ਨੇ ਉਸ ਸਮੇਂ ਪਰਮੇਸ਼ਰ ਨੇ ਪ੍ਰਸੰਨ ਚਿੱਤ ਹੋ ਕੇ ਦਿਉਰੇ ਦਾ ਮੁੱਖ ਜਿਹੜਾ ਸੀ ਭਗਤ ਨਾਮ ਦੇ ਸਹਿਬਾਨ ਵੱਲ ਨੂੰ ਕਰ ਦਿੱਤਾ ਸੀ। ਜਦੋਂ ਆਪਾਂ ਹਜ਼ੂਰ ਸਾਹਿਬ ਦੀ ਧਰਤੀ 'ਤੇ ਜਾਂਦੇ ਆ ਨਾ, ਨਰਸਰੀ ਬਾਹਮਣੀ ਜਿੱਥੇ ਭਗਤ ਜੀ ਦਾ ਜਨਮ ਹੋਇਆ ਹੈ, ਉੱਥੇ ਰਸਤੇ ਵਿੱਚ ਇਹ ਅਸਥਾਨ ਆਉਂਦਾ ਜਿਹੜਾ ਇਹ ਮੰਦਰ ਅੱਜ ਵੀ ਉਹਦਾ ਮੁੱਖ ਦੂਜੇ ਪਾਸੇ ਹੈ। ਸੋ ਸਤਿਗੁਰੂ ਜੀ ਭਗਤ ਜੀ ਨੇ ਇੱਕ ਵਚਨ ਹੋਰ ਕੀਤਾ ਹੈ, ਕਹਿੰਦੇ ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਪਰਮੇਸ਼ਰ ਨੂੰ ਕਹਿ ਰਹੇ ਨੇ, ਕਹਿੰਦੇ ਮੇਰਾ ਨੀਵੀਂ ਜਾਤ ਜਨਮ ਹੋਇਆ, ਕਹਿੰਦੇ ਹੇ ਪਰਮੇਸ਼ਰ ਇਹ ਛੀਂਬਿਆਂ ਦੇ ਘਰ 'ਚ ਮੈਨੂੰ ਕਿਉਂ ਜਨਮ ਦੇਣਾ ਕੀਤਾ? ਮੈਨੂੰ ਜੇ ਨਾਮ ਜਪਣ ਦਾ ਅਧਿਕਾਰ ਨਹੀਂ, ਮੰਦਿਰ ਵਿੱਚ ਜਾ ਕੇ ਮੈਨੂੰ ਆਰਤੀ ਕਰਨ ਦਾ ਅਧਿਕਾਰ ਨਹੀਂ, ਮਨੁੱਖਾ ਦੇਹੀ ਬਖਸ਼ੀ ਹੈ ਤੇ ਬਖਸ਼ੀ ਛੀਂਬਿਆਂ ਦੇ ਘਰ। ਛੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਛੈ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਕਹਿੰਦੇ ਕੰਬਲੀ ਦੀ ਬੁੱਕਲ ਮਾਰੀ ਤੇ ਗੁਰੂ ਸਵਾਰੇ ਰੋਸ ਕਰਕੇ ਦਿਉਰੇ ਦੇ ਪਾਛੇ ਜਾ ਕੇ ਬੈਠ ਗਏ। ਤੇ ਜਦੋਂ ਫਿਰ ਉੱਥੇ ਬੈਠ ਕੇ ਪਰਮੇਸ਼ਰ ਦੀ ਆਰਾਧਨਾ ਕੀਤੀ, ਮੁੱਖੋਂ ਹਰੀ ਹਰੀ ਆਖਿਆ,
ਤੇ ਹਰੀ ਹਰੀ ਆਖਦਿਆਂ ਹੋਇਆਂ ਤੇ ਪਰਮੇਸ਼ਰ ਇੰਨਾ ਪ੍ਰਸੰਨ ਹੋ ਗਿਆ ਤੇ ਪਰਮੇਸ਼ਰ ਨੇ ਆਪਣੇ ਪਿਆਰੇ ਭਗਤ ਦੀ ਪਤ ਇੱਜ਼ਤ ਰੱਖ ਲਈ। ਪਤ ਇੱਜ਼ਤ ਰੱਖੀ ਤੇ ਦਿਉਰੇ ਦਾ ਮੁੱਖ ਗੁਰੂ ਸਵਾਰਿਓ ਨਾਮ ਦੇ ਵੱਲ ਕਰ ਦਿੱਤਾ। ਤੇ ਜਿਹਦੀ ਗਵਾਹੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਹੇ ਨੇ ਨਾ, ਭਗਤ ਜੀ ਦੀ ਬਾਣੀ ਆ, ਉੱਥੇ ਆਪਾਂ ਰੋਜ਼ਾਨਾ ਪੜ੍ਹਦੇ ਹਾਂ। ਸਤਿਗੁਰੂ ਜੀ ਨੇ ਵਚਨ ਕੀਤੇ ਨੇ ਕਿ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰਨਾਖ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਗੁਰੂ ਸਾਹਿਬਾਨ ਜੀ ਨੇ ਗਵਾਹੀ ਦੇਣਾ ਕੀਤੀ ਹੈ ਕਿ ਜਿਸ ਨੇ ਵੀ ਪਰਮੇਸ਼ਰ ਨੂੰ ਯਾਦ ਕੀਤਾ ਪ੍ਰੇਮ ਦੇ ਸਹਿਤ, ਤੇ ਪਰਮੇਸ਼ਰ ਨੇ ਸਮੇਂ ਸਮੇਂ ਅਨੁਸਾਰ ਉਹਨਾਂ ਪਿਆਰਿਆਂ ਦੀ ਫਿਰ ਮਦਦ ਕੀਤੀ ਹੈ। ਇਸ ਕਰਕੇ ਇੱਥੇ ਵੀ ਪਾਤਸ਼ਾਹ ਇਹੀ ਬਚਨ ਕਰਦੇ ਨੇ, ਕਹਿੰਦੇ ਹੇ ਪਰਮੇਸ਼ਰ ਮੇਰੇ ਉੱਤੇ ਇਹ ਬਖਸ਼ਿਸ਼ ਕਰ, ਮੈਨੂੰ ਇਸ ਗੱਲ ਦੀ ਸੋਝੀ ਆ ਗਈ ਜਿਹੜੇ ਤੈਨੂੰ ਧਿਆਉਂਦੇ ਹਨ, ਹੇ ਜਗਦੀਸ਼ ਜਗਤ ਦੀ ਈਸ਼ਰ ਮਾਲਕ, ਜਿਹੜੇ ਤੈਨੂੰ ਧਿਆਉਂਦੇ ਹਨ ਉਹਨਾਂ ਜੀਵਾਂ ਉੱਤੇ ਫਿਰ ਆਪ ਜੀ ਦੀ ਬਖਸ਼ਿਸ਼ ਹੁੰਦੀ ਹੈ। ਤੇ ਜਨ ਭਉ ਬਿਖਮ ਤਰਾ, ਜਿਹੜਾ ਭੈਦਾਇਕ ਸੰਸਾਰ ਸਮੁੰਦਰ ਹੈ, ਉਸ ਸੰਸਾਰ ਸਮੁੰਦਰ ਤੋਂ ਤੇ ਜਨ ਉਹ ਜਿਹੜੇ ਜੀਵ ਨੇ ਨਾ ਉਹ ਤਰ ਜਾਂਦੇ ਹਨ। ਉਹ ਸੰਸਾਰ ਸਮੁੰਦਰ ਵਿੱਚ ਗੋਤੇ ਨਹੀਂ ਖਾਂਦੇ, ਵਿਸ਼ੇ ਵਿਕਾਰਾਂ 'ਚ ਗਲਤਾਨ ਨਹੀਂ ਹੁੰਦੇ। ਉਹ ਨਾਮ ਜਪ ਕੇ ਬੰਦਗੀ ਕਰਕੇ ਉਸ ਪਰਮੇਸ਼ਰ ਵਿੱਚ ਹੀ ਅਭੇਦ ਹੋ ਜਾਂਦੇ ਹਨ। ਬਿਖਮ ਭਉ ਤਿਨ ਤਰਿਆ ਸੁਹੇਲਾ, ਜਿਨ ਹਰ ਹਰ ਨਾਮ ਧਿਆਇਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਇਹ ਬੇਨਤੀ ਕੀਤੀ ਕਿ ਸਤਿਗੁਰੂ ਸੰਸਾਰ ਸਮੁੰਦਰ ਤੋਂ ਸੁਹੇਲਾ ਸੌਖੇ ਕੌਣ ਤਰਦੇ ਹਨ, ਕਿਹੜੇ ਸੌਖੇ ਤਰ ਸਕਦੇ ਹਨ? ਕਿਉਂਕਿ ਸੰਸਾਰ ਸਮੁੰਦਰ ਤਾਂ ਬੜਾ ਭੈਦਾਇਕ ਹੈ। ਜਿਹੜਾ ਜੀਵ ਸੰਸਾਰ ਸਮੁੰਦਰ 'ਚ ਆਉਂਦਾ ਐਸਾ ਗਲਤਾਨ ਹੁੰਦਾ, ਉਹਨੂੰ ਆਪਣੇ ਆਪ ਦੀ ਸੋਝੀ ਨਹੀਂ ਰਹਿੰਦੀ ਹੈ। ਤੇ ਸਤਿਗੁਰੂ ਸੌਖੇ ਕੌਣ ਤਰਦੇ ਨੇ? ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਕਹਿੰਦੇ ਉਹ ਭਾਈ ਇਸ ਬਿਖਮ ਸੰਸਾਰ ਸਮੁੰਦਰ ਤੋਂ ਸੁਹੇਲਾ ਸੌਖੇ ਤਰਦੇ ਹਨ, ਜਿਨ੍ਹਾਂ ਨੇ ਜਿਨ ਹਰ ਹਰ ਨਾਮ ਧਿਆਇਆ, ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਣਾ ਕੀਤਾ। ਜਿਹੜੇ ਹਰੀ ਦੇ ਨਾਮ ਨੂੰ ਜਪਦੇ ਹਨ ਅਸਲ ਵਿੱਚ ਉਹੀ ਜੀਵ ਮੁਕਤ ਹੁੰਦੇ ਹਨ। ਜੀ ਇਸੇ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ, ਕਹਿੰਦੇ ਹਰ 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 ਹਰੇ, ਹਰ ਸਿਮਰਤ ਜਨ ਗਏ ਨਿਸਤਰੇ। ਕਹਿੰਦੇ ਭਾਈ ਦੇਖੋ ਜਿਹਨੇ ਹਰੀ ਹਰੀ ਆਖਣਾ ਕੀਤਾ, ਵਾਹਿਗੁਰੂ ਵਾਹਿਗੁਰੂ ਮੁਖੋਂ ਆਖਿਆ, ਕਹਿੰਦੇ ਉਹ ਹਰੇ ਭਰੇ ਹੋ ਗਏ। ਕਹਿੰਦੇ ਇਸ ਹਰੀ ਦਾ ਸਿਮਰਨ ਕਰਨਾ, ਅਨੇਕਾਂ ਜਨ ਪਿਆਰੇ ਜਿਹੜੇ ਨੇ ਹਰ ਸਿਮਰਤ ਜਨ ਗਏ ਨਿਸਤਰੇ, ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਭਗਤ ਜੀ ਨੂੰ ਪੁੱਛਿਆ, ਕਹਿਣ ਲੱਗੇ ਭਗਤ ਜੀ ਕਿਹੜੇ ਕਿਹੜੇ ਨੇ? ਆਪ ਜੀ ਕਿਰਪਾ ਕਰ ਦੱਸੋ। ਕਿ ਆਪ ਜੀ ਇਹ ਦੱਸ ਰਹੇ ਨੇ ਕਿ ਹਰੀ ਦਾ ਸਿਮਰਨ ਕਰਨਾ, ਹਰੀ ਦੇ ਜਨ ਤਰ ਗਏ। ਕਿਸ ਤਰੀਕੇ ਨਾਲ ਤਰੇ, ਕਿਵੇਂ ਬੰਦਗੀ ਕੀਤੀ, ਆਪ ਜੀ ਕਿਰਪਾ ਕਰਕੇ ਦੱਸੋ। ਕਹਿੰਦੇ ਹਰ 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 ਹਰੇ, ਹਰ ਸਿਮਰਤ ਜਨ ਗੇ ਨਿਸਤਰੇ, ਨਿਮਖ ਨਾਮ ਦਿਓ ਦੂਧ ਪਿਆਇਆ, ਤੋ ਜਗ ਜਨਮ ਸੰਕਟ ਨਹੀਂ ਆਇਆ। ਕਹਿੰਦੇ ਦੇਖੋ ਨਾਮਦੇਵ ਜੀ ਨੇ ਪ੍ਰੇਮਾ ਭਗਤੀ ਕੀਤੀ, ਹਰੀ ਨੂੰ ਚੇਤੇ ਕੀਤਾ, ਪਿਆਰ ਦੇ ਸਹਿਤ ਨਾਮਦੇਵ ਜੀ ਨੇ ਪਰਮੇਸ਼ਰ ਨੂੰ ਦੁੱਧ ਛਕਾਣਾ ਕੀਤਾ। ਕਿਉਂਕਿ ਆਪ ਜੀ ਨੇ ਗਾਥਾ ਕਈ ਵਾਰੀ ਸਰਵਣ ਕੀਤੀ ਹੈ। ਜਦੋਂ ਪੁਰਾਤਨ ਸਮਿਆਂ ਦੇ ਵਿੱਚ, ਅੱਜ ਵੀ ਹਿੰਦੂ ਮਤ ਦੇ ਵਿੱਚ ਠਾਕੁਰ ਨੂੰ ਭੋਗ ਲਵਾਉਂਦੇ ਕਪਲ ਗਾਈ ਦਾ,
ਤੇ ਪਹਿਲਾਂ ਭੋਗ ਲਵਾਉਣਾ, ਫਿਰ ਉਹ ਜੋ ਦੁੱਧ ਜਿਹੜਾ ਹੈ ਘਰ 'ਚ ਇਸਤੇਮਾਲ ਕੀਤਾ ਜਾਂਦਾ ਸੀ। ਭਗਤ ਨਾਮ ਦੇ ਸਾਹਿਬਾਨ ਦੇ ਸਤਿਕਾਰਯੋਗ ਪਿਤਾ ਜੀ ਦਾਮ ਸੇਠੀ ਜੀ ਕਿਸੇ ਕੰਮ ਲਈ ਬਾਹਰ ਗਏ। ਅੱਜ ਪੁੱਤਰ ਨੂੰ ਆਖਿਆ ਕਿ ਪੁੱਤਰ ਤੂੰ ਦੁੱਧ ਠਾਕੁਰ ਨੂੰ ਭੋਗ ਲਵਾਉਣਾ ਹੈ। ਕਹਿੰਦੇ ਨੇ ਨਾਮਦੇਵ ਜੀ ਹੁਣ ਗੜਬੀ 'ਚ ਦੁੱਧ ਪਾਇਆ, ਠਾਕੁਰ ਦੁਆਰੇ ਚਲੇ ਗਏ, ਪੱਥਰ ਦੇ ਅੱਗੇ ਮੂਰਤੀ ਅੱਗੇ ਬੈਠ ਗਏ, ਬਾਰ-ਬਾਰ ਬਿਨਤਾ ਤਰਲੇ ਕਰਦੇ ਕਿ ਠਾਕੁਰ ਜੀ ਦੁੱਧ ਛਕੋ, ਠਾਕੁਰ ਜੀ ਦੁੱਧ ਪੀਓ। ਹੁਣ ਜੇ ਠਾਕੁਰ ਉੱਥੇ ਹੋਵੇ ਤਾਂ ਹੀ ਉਹ ਪੀਵੇ ਨਾ। ਜਦੋਂ ਇਹ ਪ੍ਰੇਮ ਦੇ ਸਹਿਤ ਆਵਾਜ਼ ਮਾਰ ਰਿਹਾ ਤੇ ਠਾਕੁਰ ਨੇ ਬੇਨਤੀ ਸੁਣੀ ਤੇ ਆਕਾਸ਼ਬਾਣੀ ਕਹਿਣ ਲੱਗੇ, ਨਾਮਦੇਵ ਮੈਂ ਪੱਥਰ ਦੇ ਵਿੱਚ ਨਹੀਂ ਹਾਂ, ਮੈਂ ਪੱਥਰ ਦੇ ਵਿੱਚ ਨਹੀਂ ਹਾਂ। ਪੱਥਰ ਜਿਹੜਾ ਹੈ ਪਾਹਨ ਮੈਂ ਪਰਮੇਸ਼ਰ ਨਹੀਂ। ਕਲਗੀਧਰ ਪਾਤਸ਼ਾਹ ਵੀ ਕਹਿੰਦੇ ਨੇ ਕਿ ਪੱਥਰ ਜਿਹੜਾ ਹੈ, ਪੱਥਰ ਵਿੱਚ ਮੈਂ ਨਹੀਂ ਹਾਂ, ਜਾ ਆਪਣੇ ਘਰੇ ਚਲਿਆ ਜਾ। ਨਾਮਦੇਵ ਜੀ ਸੁਣਦੇ ਨੇ ਤੇ ਕਹਿਣ ਲੱਗੇ ਭਗਤ ਨਾਮਦੇਵ ਜੀ ਕਿ ਪਰਮੇਸ਼ਰ ਜੇ ਪੱਥਰ ਵਿੱਚ ਤੂੰ ਨਹੀਂ ਹੈ, ਇਹਦਾ ਮਤਲਬ ਤੂੰ ਸਾਰੀਆਂ ਥਾਵਾਂ ਤੇ ਹਾਜ਼ਰ ਨਾਜ਼ਰ ਹੈ। ਫਿਰ ਇੱਕ ਕੰਮ ਮੈਨੂੰ ਮੇਰੇ ਪਿਤਾ ਨੇ ਕੰਮ ਸੌਂਪਿਆ। ਪਹਿਲਾ ਜ਼ਿੰਦਗੀ ਦਾ ਕੰਮ ਹੈ ਕਿ ਠਾਕੁਰ ਨੂੰ ਦੁੱਧ ਛਕਾਉਣਾ, ਭੋਗ ਲਗਾਉਣਾ ਹੈ। ਭੋਗ ਤਾਂ ਲੱਗੇ ਜੇ ਦੁੱਧ ਛਕੇਗਾ। ਇਸ ਕਰਕੇ ਉੱਠ ਹੇ ਪਰਮੇਸ਼ਰ, ਆ ਜਿਹੜੀ ਦੁੱਧ ਦੀ ਗੜਬੀ ਭਰੀ ਹੋਈ ਹੈ, ਇਹ ਗੜਬੀ ਛਕਣਾ ਕਰ। ਕਹਿੰਦੇ ਜਦੋਂ ਪ੍ਰੇਮਾ ਭਗਤੀ ਸਦ ਭੋਲੇ ਭਾਈ ਮਿਲੇ ਰਗ ਰਾਇਆ, ਨਾਮਦੇਵ ਨੇ ਬੇਨਤੀ ਕੀਤੀ। ਪਹਿਲੀ ਵਾਰੀ ਪਰਮੇਸ਼ਰ ਦੇ ਨਾਮਦੇਵ ਮਹਾਰਾਜ ਨੂੰ ਦਰਸ਼ਨ ਦੀਦਾਰੇ ਹੋਏ ਨੇ। ਇਹ ਗੁਰਬਾਣੀ ਵਿੱਚ ਵਰਣਨ ਕੀਤਾ ਸਤਿਗੁਰੂ ਜੀ ਨੇ ਕਿ ਦੂਧ ਕਟੋਰੇ ਗੜਵੈ ਪਾਨੀ, ਕਪਲ ਗਾਏ ਨਾਮੇ ਦੇਹ ਆਨੀ, दूध पियो गोबिंदो राये, दूध पियो मेरे मन पति आए, नाही ता घर को बाप रसाए। कहते नहीं पीता मेरे घर का जिहड़ा बाप है ना, मेरा पिता है, वो गुस्से हो जाएगा। नाही ता घर को बाप रसाए, दूध कटोरे अमृत पानी। कहते इस तरह वो नामदेव ने वो जिहड़ी गड़बी अगे रखी हुई है ते अगों गुरु सवारे परमेश्वर फिर प्रगट होया। कहते दूध पियाए भगत कर गया, नामे हर का दर्शन पिया। नामदेव गुरु दुध छकाया परमेश्वर नूं ते नामदेव नूं हरि दे दीदार हो गए ते नामदेव अपने परमेश्वर की किरपा का पात्र बन के अपने घर चलिया गया। सो कहण दा भाव है यही बचन भगत जी कर रहे ने कि निमत नामदेव दूध पियाया, तो जग जन्म संकट नहीं आया। कहते प्रेम दे सहित नामदेव महाराज ने कहते उस मालक नूं दुध छकाना कीता। फिर मालक ने एड्डी वड्डी बख्शिश कर दी, रहमत कर दी। वो नामदेव मुक्त हो गया, जमन मरण तो रहत हो गया। ते ये हरि दा नाम जपण करके ही ये सारी अवस्था बनी है। इस करके सतगुरु जी समझा रहे हैं कि सौखा तरना, संसार तो सौखा तरना इको एक तरीका है कि हरि दा नाम जपो, बंदगी करो। जे जो उस मालक दे नाल बेखम भो तिन तरिया सुहेला, जिन हर हर नाम ध्याया, जिन्हां ने हरि दे नाम नूं ध्याना कीता, असल विच ओ सुहेला सौखे ही इस भैदायक संसार समंदर तो तर गए हन। गुरबाक सतगुर जो पाए चले, तिन हर हर आप मिलाया। अगला वचन गुरु रामदास पातशाह महाराज के चरणों च जग्यासू जन ने कीता। बेनती की कि पातशाह जी हरि नूं मिलण दा तरीका की है। जिवें आपां एक दूजे नूं सवाल करदे कि गुरु नूं मिलण दा, परमेश्वर नूं मिलण दा तरीका की है, यही सवाल गुरु रामदास पातशाह नूं जग्यासूआं ने कीता कि सतगुरु गुरु नूं मिलण दा, परमेश्वर नूं मिलण दा तरीका की है।
ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਗੁਰ ਵਾਕ ਸਤਿਗੁਰ। ਜਿਹੜਾ ਸਤਿਗੁਰ ਦਾ ਵਾਕ ਬਚਨ ਹੈ ਨਾ, ਗੁਰੂ ਦਾ ਬਚਨ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਧਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਗੁਰੂ ਦਾ ਬਚਨ ਕਹਿੰਦੇ ਜੋ ਸਤਿਗੁਰ ਦਾ ਬਚਨ ਹੈ, ਗੁਰੂ ਸਤਿਗੁਰ ਦਾ ਬਚਨ ਜੋ ਭਾਏ ਚੱਲੇ, ਗੁਰੂ ਦੇ ਬਚਨਾਂ ਨੂੰ ਸਤ ਕਰਕੇ ਮੰਨਦਾ ਹੈ। ਤੇ ਗੁਰੂ ਦੇ ਭਾਏ, ਇੱਥੇ ਭਾਏ ਦਾ ਅਰਥ ਹੈ ਪ੍ਰੇਮ। ਗੁਰੂ ਦੇ ਪ੍ਰੇਮ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ, ਗੁਰੂ ਨਾਲ ਪ੍ਰੇਮ ਕਰਦਾ ਹੈ ਤੇ ਗੁਰੂ ਦੇ ਪ੍ਰੇਮ ਵਿੱਚ ਭਿੱਜ ਕੇ ਫਿਰ ਉਸ ਹਰੀ ਨੂੰ ਜਪਦਾ, ਵਾਹਿਗੁਰੂ ਵਾਹਿਗੁਰੂ ਮੁਖੋਂ ਆਖਦਾ, ਪ੍ਰੇਮ ਸਹਿਤ ਆਵਾਜ਼ ਮਾਰਦਾ ਮਾਲਕ ਨੂੰ। ਤੇ ਮਾਲਕ ਵਾਹਿਗੁਰੂ ਫਿਰ ਪ੍ਰਸੰਨ ਚਿੱਤ ਹੋ ਕੇ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜਦੋਂ ਆਪਾਂ ਪ੍ਰੇਮ ਨਾਲ ਕੁਦਰਤੀ ਤੌਰ 'ਤੇ ਸੰਸਾਰ 'ਚ ਵਿਚਰਦੇ ਹਾਂ, ਜਦੋਂ ਮਨੁੱਖ ਮੁੱਖੋਂ ਮਿੱਠੇ ਬੋਲ ਬੋਲਦਾ, ਇਹੋ ਜਿਹੀ ਸ਼ਬਦਾਵਲੀ ਵਰਤਦਾ ਜਿਹਨੂੰ ਸੁਣਨ ਦੇ ਨਾਲ ਸੁਣਨ ਵਾਲਾ ਕਾਇਲ ਹੋ ਜਾਂਦਾ ਹੈ, ਉਹਦੇ ਨਾਲ ਫਿਰ ਗੱਲਾਂ ਬਾਤਾਂ ਕਰਨ ਨੂੰ ਦਿਲ ਕਰਦਾ ਹੈ। ਪਰ ਜੇ ਖੜਵੀਂ ਬੋਲੀ ਬੋਲੇ, ਕੌੜੇ ਬੋਲ ਬੋਲੇ, ਫਿਰ ਗੁਰੂ ਸਵਾਰਿਓ ਉਹਦੇ ਕੋਲ ਲੋਕ ਦੂਰੀ ਵੱਟ ਲੈਂਦੇ ਕਿ ਇਹਦੇ ਮੱਥੇ ਨਹੀਂ ਲੱਗਣੇ, ਨੂੰ ਬੋਲਣ ਦਾ ਪਤਾ ਨਹੀਂ ਹੈ, ਆਪਣੇ ਆਪ ਦੂਰ ਹੋ ਜਾਂਦੇ ਨੇ। ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਉਸ ਮਾਲਕ ਨੂੰ ਮਿੱਠੇ ਸੁਭਾਅ ਵਾਲਾ ਦੱਸਣਾ ਕੀਤਾ ਹੈ ਕਿ ਸਿੱਖਾ ਪਰਮੇਸ਼ਰ ਮਿੱਠੇ ਸੁਭਾਅ ਵਾਲਾ, ਤੂੰ ਵੀ ਆਪਣੇ ਅੰਦਰ ਮਿਠਾਸ ਪੈਦਾ ਕਰਨਾ ਕਰ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਪੜ੍ਹਦੇ ਹਾਂ ਆਪਾਂ, ਪਾਤਸ਼ਾਹ ਕਹਿੰਦੇ ਨੇ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋਂ ਸੰਮਲ ਥੱਕੀ ਜੀ ਕਦੇ ਨਾ ਬੋਲੇ ਕੌਰਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕਉ ਨਾ ਚਿਤਾਰੇ। ਕਹਿੰਦੇ ਉਹ ਜਿਹੜਾ ਸੱਜਣ ਸੁਆਮੀ ਮਿੱਠ ਬੋਲੜਾ ਹੈ, ਉਹ ਕੌੜਾ ਬੋਲਣਾ ਨਹੀਂ ਜਾਣਦਾ, ਉਹ ਮਿੱਠੇ ਬੋਲ ਬੋਲਦਾ ਤੇ ਹਰ ਇੱਕ ਦੇ ਦਿਲਾਂ ਉੱਤੇ ਰਾਜ ਕਰਦਾ ਪਰਮੇਸ਼ਰ। ਤੇ ਸਿੱਖਾ ਤੂੰ ਵੀ ਮਿੱਠ ਬੋਲੜਾ ਬਣਨਾ, ਤੇਰੇ ਅੰਦਰ ਇਹ ਮਿਠਾਸ ਵਾਲਾ ਗੁਣ ਹੋਣਾ ਚਾਹੀਦਾ। ਜੇ ਤੇਰੇ ਅੰਦਰ ਮਿਠਾਸ ਵਾਲਾ ਗੁਣ ਹੈ ਤੇ ਇਸ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਇਹ ਚੰਗਿਆਈ ਹੋਵੇਗੀ ਤੇਰੇ, ਜਿਹਦੇ ਰਾਹੀਂ ਸਾਰੇ ਸੰਸਾਰ ਉੱਤੇ ਜਿੱਤ ਪ੍ਰਾਪਤ ਕਰ ਸਕਦਾ। ਦੇਖੋ ਜਿੱਥੇ ਗੁਰਬਾਣੀ ਵਿੱਚ ਪਾਤਸ਼ਾਹ ਨੇ ਮਿੱਠੇ ਬੋਲ ਬੋਲਣ ਲਈ ਸਾਨੂੰ ਹੁਕਮ ਕੀਤਾ ਹੈ, ਉੱਥੇ ਇਤਿਹਾਸਕ ਪੰਨਿਆਂ ਦੇ ਉੱਤੇ ਵੀ ਗੁਰੂ ਪਾਤਸ਼ਾਹ ਦੀਆਂ ਅਨੇਕਾਂ ਜਿਹੜੀਆਂ ਜੀਵਨ ਦੀਆਂ ਸਾਖੀਆਂ ਨੇ, ਜੋ ਸਿੱਖਿਆ ਮਿਲਦੀ ਹੈ। ਤੇ ਸਤਿਗੁਰੂ ਉੱਥੇ ਵੀ ਸਾਨੂੰ ਇਹੀ ਬਚਨ ਕਿ ਸਿੱਖਾ ਮਿੱਠੇ ਬੋਲ ਬੋਲਣੇ ਹਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸਵਾਲ ਕੀਤਾ ਕਿ ਸਤਿਗੁਰੂ ਆਪ ਜੀ ਦੇ ਸਿੱਖ ਵਿੱਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਹਨ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਣ ਲੱਗੇ ਕਿ ਮੇਰੇ ਸਿੱਖ ਵਿੱਚ 3 ਗੁਣ ਹੋਣੇ ਚਾਹੀਦੇ, ਮੇਰੇ ਸਿੱਖ ਵਿੱਚ 3 ਗੁਣ ਹੋਣੇ ਚਾਹੀਦੇ ਹਨ। ਤੇ ਸਤਿਗੁਰੂ ਕਿਹੜੇ ਕਿਹੜੇ ਬਖਸ਼ਿਸ਼ ਕਰੋ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਣ ਲੱਗੇ, ਇੱਕ ਰਫਤਾਰ, ਗਫਤਾਰ ਤੇ ਦਸਤਾਰ। ਸਤਿਗੁਰੂ ਕਹਿਣ ਲੱਗੇ ਪਹਿਲਾ ਗੁਣ, ਮੇਰਾ ਸਿੱਖ ਸਾਬਤ ਸੂਰਤ ਹੋਵੇ, ਸੀਸ ਉੱਤੇ ਦਸਤਾਰ ਸਜਾਉਂਦਾ ਹੋਵੇ, ਸਾਬਤ ਸੂਰਤ ਦਸਤਾਰ ਸਿਰਾ। ਮੈਂ ਵੀ ਦਸਤਾਰ ਸਜਾ ਰਿਹਾ ਤੇ ਮੇਰਾ ਸਿੱਖ ਵੀ ਦਸਤਾਰ ਸਜਾਉਂਦਾ ਹੋਵੇ। ਤੇ ਦੂਜਾ ਗੁਣ ਸਤਿਗੁਰੂ ਰਫਤਾਰ। ਰਫਤਾਰ ਤੋਂ ਭਾਵ ਹੈ ਕਿ ਸਿੱਖ ਨੇ ਜਦੋਂ ਆਪਣਾ ਕੋਈ ਕੰਮ ਧੰਦਾ ਕਰਨਾ, ਸਿੱਖ ਨੇ ਆਪਣੇ ਸਰੀਰ ਉੱਤੇ ਆਲਸ ਨਹੀਂ ਆਉਣ ਦੇਣਾ। ਮੇਰਾ ਸਿੱਖ ਮਿਹਨਤੀ ਹੋਵੇ, ਮੇਰਾ ਸਿੱਖ ਜਦੋਂ ਅੰਮ੍ਰਿਤ ਵੇਲੇ ਉੱਠਣਾ ਹੋਵੇ ਨਾ,
उदों शरीर उत्ते आलस ना आण देवे, उठ के उस परमेश्वर की याद में जुड़ के बैठ जावे, परमेश्वर की उस्तत करन लग पवे। सिख आलसी नहीं होना चाहिए। ते तीजा गुण पातशाह कहते गिरफ्तार। गिरफ्तार तो भाव कि मेरा सिख दे बोली विच शैली विच इन्ना रस होवे जो सिख अपने मुखों कोई बोल बोले ते सुनने वाला कायल हो जावे। बस सुनने वाला सुनता ही रह जावे। कहते इन्नी मिठास सिख दे बोलों विच होनी चाहिदी है। जिहड़ा ये तीन गुणां दा धारनी बन गया ते गुरु हरगोबिंद साहब महाराज कहंदे वो मेरा सिख है। फिर हुण आपां अपने मनां वल ये झात मारना करिए कि वाकई साडे विच ये तीन गुण हन। सिर उत्ते दस्तार सजाउंदे सावत सूरत हाँ, ये पहला गुण तो है। पर माफ़ करना, बहुत तादाद विच अजोका समय हो जा चुका है कि साडे सिरां उत्तों जूड़े भी चले गए, साडे सिरां उत्तों दस्तारां भी खत्म हो गई। पहला बचन असीं सतगुर दा जो ठुकरा दिता, हुण निभा नहीं सके। ते दूजा है रफ्तार। जदों अमृत वेले का समा हुंदा ना, ते अमृत वेले उठण वेले आपां अपने शरीर उत्ते आलस, शरीर नूं हर एक नूं आलस आ के घेरदा है। जाग हर एक नूं आउंदी है। जदों रात वे बंदा सुत्ता पिया, अमृत की रंभता हुंदी ना 12 बजे तो बाद हर एक मनुख की अख खुलदी, चाहे वह मनमुख है चाहे गुरमुख है। जिहड़ा वो समय नूं संभाल के उठ के बैठ जाता ना, बाबा फरीद जी के बचनों नूं चेते करना, उठ फरीदा उजू साज सुबह निवाज गुजार, जो सिर साईं ना निवै सो सिर कप उतार, जो सिर साईं ना निवै सो सिर कीजै काए, कुन्ने हेठ जलाइए बालन संधे थाए। फरीद साहबान जी के बचन ने, वो इन्हां बचनों का धारनी बन उठ के बैठ जाता, उस मालक की इबादत करता, वो तो प्रवान है। पर बहुत तादाद विच साडी हालत हो चुकी है कि शरीर उत्ते आलस हुंदा ते आपां कहंदे कोई नहीं 10 मिनट 15 मिनट होर सो जाए, घंटा होर सो जाइए। तो इन्ने चिर नूं उदों पता लगदा जब जो अमृत वेला सारा लंघ जाता है। ते तीजा है गिरफ्तार। संसार विच विचरदे आ, कई बारी मनुख देखण नूं बड़ा सुंदर लगदा, जदों सतगुर दा बाणा भी पहनिया हुंदा, सोहणी दस्तार जां दमाला सीस उत्ते सजाया हुंदा है, देखण नूं लोग बड़े प्रभावित हुंदे कि गुरु दा सिख चल के आ रहा, सामने गुरु का सिंह खलोता है। पर जदों मुखों वो बोली बोलदा, शैली बोली शैली उहदी जदों इहो जी हुंदी है, जिहड़े खलोते हुंदे उहनां दा दिल दुख जांदा है। ते सिख विच इस जिहड़ा भद्दे शब्द वरतदा वो सिख नहीं हो सकदा। ते साडे गुरु ने सानू मिठ बोलड़ा बनाया है, ते आपां मिठ बोलड़े बन के रहना है। मिठ बोलड़े तां बनांगे, गुरबाणी मिठी है, सतगुरां दी गुरबाणी मिठी है, सतगुर दा नाम मिठा है, सिमरन मिठा है। जिन्ना आपां गुरबाणी पढ़ांगे, सिमरन करते रवांगे ना, उन्नी साडे अंदर मिठास पैदा होवेगी, साडे अंदर निमरता पैदा होवेगी। जो निमरता पैदा मिठास पैदा होवेगी तो मुखों कोई भी बोल बोलांगे तो गुरु ही सानू चेते जावेगा। गुरबाणी पढ़ा गुरु चेते आवेगा। तो फिर गुरु सवारे किसी जो मुखों बोलांगे कुछ तो किसी का हिरदा नहीं दुखेगा। तो सतगुरु कहते वो मेरा सिख है। तो सतगुरु इत्थे ही बचन करते हैं, कहते हे परमेश्वर गुरबाक सतगुर भाए जो भाए चले, तिन हर हर आप मिलाया। जिन्होंने गुरु सतगुर के वाक बचनों को मान लिया, गुरु के भाए प्रेम विच चले, अपने जीवन को बतीत किया, ते नाल कहंदे तिन हर हर
हरी हरी जपना कीता। हरी ने बख्शिश करके उन्होंने अपने नाल मिला लिया। ज्योति जोत मिल जोत समाणी, हर कृपा कर धरणी धरा। हे धरणी धरा, धरती दे आसरे, धरती दे सहारे परमेश्वर वाहिगुरु मेरे उत्ते हर कृपा कर। मेरे उत्ते आप जी कृपा करो, रहमत करो, मेहर करो। इहो जी अवस्था मैनू बख्शना करो कि ज्योति जोत मिल जोत समाणी, ताकि मैं आप जी की उस्तत करा, वडियाई करा। मेरे उत्ते मैनू वो सुभागा समा मैनू प्राप्त हो जावे, जिहदे राही जिहड़ी मेरी जोत है ना, ज्योति अंदर जोत समाणी, उस अखंड जोत विच मेरी जाके जोत समा जावे, ताकि मैं नाम जप के बंदगी करके उस मालक दा ही रूप बन जावां। यह हरि जीओ आप जी की कृपा तो बिना कुछ नहीं हो सकता। जो आप जी मेहर करनगे फिर ये अवस्था बनेगी। हर हर अगम अगाध, अपरंपर अपर परा। हे हरि जीओ आप जी हरे भरे करन वाले हो, हरेक दे दुखां नूं हरन वाले हो। आप जी अगम हो, हे हरि जीओ आप जी अगाध अथाह हो। हे हरि जीओ आप जी अपरंपर परे तो परे हो। हे हरि जीओ आप जी अपर परा बेअंत हो। आप जी दे पारले किनारे का कोई पता नहीं है, आप जी का कोई हद बन्ना नहीं है। ये गुरु सवारे सतगुरु महाराज ने साढ़े उत्ते पावन शब्द द्वारा पहले बंद द्वारा पातशाह जी ने पावन